ਵਿਜੀਲੈਂਸ ਨੂੰ ਮਿਲਿਆ ਭਾਰਤ ਭੂਸ਼ਣ ਆਸ਼ੂ ਦਾ 27 ਅਗਸਤ ਤੱਕ ਰਿਮਾਂਡ। ਕੱਲ ਕਥਿਤ ਟਰਾਂਸਪੋਰਟ ਘੁਟਾਲੇ 'ਚ ਹੋਈ ਸੀ ਗ੍ਰਿਫਤਾਰੀ। ਆਸ਼ੂ ਦੀ ਪੇਸ਼ੀ ਮੌਕੇ ਲੁਧਿਆਣਾ 'ਚ ਜੁਟੇ ਸੀਨੀਅਰ ਕਾਂਗਰਸੀ ਲੀਡਰ। ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੇ ਸੀਐਮ ਮਾਨ ਦਾ ਵੱਡਾ ਬਿਆਨ। ਚੰਡੀਗੜ੍ਹ ਆ ਕੇ ਕਹਿੰਦੇ ਸੀ ਫੜ ਲਵੋ, ਹੁਣ ਫੜ ਲਿਆ। ਸਬੂਤਾਂ ਦੇ ਆਧਾਰ ਤੇ ਹੋ ਰਹੀ ਹੈ ਕਾਰਵਾਈ। ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਲਵਾਂਗੇ ਹਿੱਸਾ। ਵੀਵੀਆਈਪੀਜ਼ ਦੀ ਸੁਰੱਖਿਆ ਤੇ ਹਾਈ ਕੋਰਟ ਦਾ ਵੱਡਾ ਫੈਸਲਾ। ਕਿਹਾ ਸੁਰੱਖਿਆ ਕਟੌਤੀ ਤੇ ਸਮੀਖਿਆ ਕਰੇ ਸਰਕਾਰ, ਫਿਰ ਲਵੇ ਫੈਸਲਾ। ਸੁਰੱਖਿਆ ਕਟੌਤੀ ਦੀ ਜਾਣਕਾਰੀ ਜਨਤਕ ਕਰਨ ਨਾਲ ਗਲਤ ਤੱਥ ਚੱਕ ਲੈਂਦੇ ਨੇ ਫਾਇਦਾ। ਸੰਗਰੂਰ ਦੇ ਮੈਡੀਕਲ ਕਾਲਜ ਤੇ ਹਾਈ ਕੋਰਟ ਦਾ ਫੈਸਲਾ। ਮੌਜੂਦਾ ਸਥਿਤੀ ਨੂੰ ਰੱਖਿਆ ਜਾਵੇ ਬਰਕਰਾਰ। ਮੈਡੀਕਲ ਦੀ ਜ਼ਮੀਨ ਦੀ ਮਾਲਕੀ ਸੰਬੰਧੀ ਐਸਜੀਪੀਸੀ ਨੇ ਪਾਈ ਸੀ ਪਟੀਸ਼ਨ। 5 ਅਗਸਤ ਨੂੰ ਸੀਐਮ ਮਾਨ ਨੇ ਰੱਖਿਆ ਸੀ ਮੈਡੀਕਲ ਕਾਲਜ ਦਾ ਨੀਂਹ ਪੱਥਰ। ਪੀਐਮ ਮੋਦੀ ਕੱਲ ਨਿਊ ਚੰਡੀਗੜ੍ਹ 'ਚ ਹੋਮੀ ਬਾਬਾ ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨ। ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ। ਪੀਐਮ ਦੀ ਫੇਰੀ ਤੋਂ ਪਹਿਲਾਂ ਸਿਮਰਨਜੀਤ ਮਾਨ ਨੇ ਬੰਦੀ ਸਿੱਖਾਂ ਦੀ ਰਿਹਾਈ ਦੀ ਰੱਖੀ ਮੰਗ। ਰਾਣਾ ਗੁਰਜੀਤ ਨੇ ਚੱਕਿਆ ਉਦਯੋਗੀਕਰਨ ਦਾ ਮੁੱਦਾ। ओलंपिक च मैडल जितने वाले हॉकी खिडारियों ने पंजाब सरकार खिलाफ खोलिया मोर्चा। क्या वादे मुताबिक नहीं दी नौकरी। चन्नी सरकार ने दिते सी ऑफर लैटर पर हले तक नहीं मिले ज्वाइनिंग लैटर। पटियाला च प्रदर्शनकारी लाइनमैनां ते चलिया पुलिस का डंडा। पुलिस ने भजा के कुट्टे लाइनमैन। नौकरी तो पहला पेपर की शर्त खिलाफ पावरकॉम के दफ्तर के बाहर दे रहे सी धरना। सत श्री अकाल। न्यूज़ 18 पंजाब हरियाणा देख रहे सारे दर्शकों का स्वागत है। फर्क तो पैंदा है दी खास पेशकश लैके मैं विजयपाल सिंह बराड़ तुहाडे सामने हाजिर हां। शुरुआत सिद्धू मूसेवाला कतल मामले तो। सिद्धू मूसेवाला दे पिता ने अपने सोशल मीडिया अकाउंट ते हुण एक पोस्ट पाई है जिस विच मूसेवाला दे इंसाफ दे लई कैंडल मार्च कड्ढण दे लई लिखिया गया। ਐਤਵਾਰ ਨੂੰ ਪਿਤਾ ਬਲਕੌਰ ਸਿੰਘ ਮੀਡੀਆ ਸਾਹਮਣੇ ਆਏ ਤੇ ਲੋਕਾਂ ਨੂੰ ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਲਈ ਕੈਂਡਲ ਮਾਰਚ ਕੱਢਣ ਦੀ ਅਪੀਲ ਕੀਤੀ। ਤੇ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਖੁਦ ਮਾਨਸਾ ਤੋਂ ਲੈ ਕੇ ਪਿੰਡ ਜਵਾਹਰ ਕੇ ਤੱਕ ਸ਼ਾਂਤਮਈ ਕੈਂਡਲ ਮਾਰਚ ਕੱਢਣ ਲਈ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ। ਤੁਸੀਂ ਸਿੱਧੂ ਨੂੰ ਆਪਣੇ ਭਰਾ ਨੂੰ ਪਿਆਰ ਕਰਦੇ ਹੋ, ਤੁਸੀਂ ਇਕੱਠੇ ਹੋ ਕੇ ਆਪਦੀ ਰਾਏ ਕਰੋ। ਤੁਸੀਂ ਕੈਂਡਲ ਮਾਰਚ ਕੱਢੋ ਆਪੋ ਆਪਣੇ ਪਿੰਡ ਜਿੱਥੇ ਵੀ ਤੁਸੀਂ ਬੈਠੇ ਹੋ ਨੇੜੇ ਨਾਲ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਇਸ ਮਾਰਚ ਦੇ ਵਿੱਚ ਰਾਜਨੀਤਿਕ ਜਥੇਬੰਦੀਆਂ ਦੇ ਹੋਰ ਲੋਕ ਸ਼ਾਮਿਲ ਹੋਣ ਪਰ ਰਾਜਨੀਤਿਕ ਸਪੀਚ ਜਾਂ ਰੰਗਤ ਦੇਣ ਤੋਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਤਾਂ ਉਧਰ ਆਈਜੀ ਸੁਖਚੈਨ ਸਿੰਘ ਗਿੱਲ ਮੀਡੀਆ ਦੇ ਸਾਹਮਣੇ ਆਏ ਨੇ ਤੇ ਮੂਸੇਵਾਲਾ ਦੇ ਪਿਤਾ ਵੱਲੋਂ ਚੱਕੇ ਸਵਾਲਾਂ ਦਾ ਜਵਾਬ ਵੀ ਦਿੱਤਾ। चिट्टे कपड़े वाले सफेद पोश ने वो शरेआम होमलैंड वर्गियां बिल्डिंगां दे विच रहिंदे आ। सिद्धू ने अपने गाने दे विच पहला भी लिखिया सी एक बारी थल्ले होमलैंड बड़े। ਐਤਵਾਰ ਨੂੰ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਸ਼ੂਟਰਾਂ ਨਾਲ ਸਾਨੂੰ ਕੋਈ ਮਤਲਬ ਨਹੀਂ, ਸਗੋਂ ਇਹਨਾਂ ਦੇ ਮਾਸਟਰਮਾਈਂਡ ਸਿੰਗਰ ਕਲਾਕਾਰ ਜੋ ਹੋਮਲੈਂਡ ਰਹਿੰਦੇ ਨੇ ਉਹਨਾਂ ਤੇ ਕਾਰਵਾਈ ਹੋਵੇ। ਜਿਸ ਨੂੰ ਲੈ ਕੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਉਹਨਾਂ ਦੇ ਟੱਚ 'ਚ ਹਾਂ ਤੇ ਜਦੋਂ ਉਹ ਸਟੇਟਮੈਂਟ ਦੇਣਗੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਏਗੀ। ਜਿਹੜਾ ਮੇਨ ਕੇਸ ਆ ਉਸ ਕੇਸ ਦਾ ਚਾਰਜ ਸ਼ੀਟ ਆਲਮੋਸਟ ਪ੍ਰੀਪੇਅਰਡ ਆ। ਜਿਹੜੇ ਜੋ ਲੀਗਲ ਪ੍ਰੋਸੀਜਰਲ ਫਾਰਮੈਲਿਟੀਜ਼ ਹੁੰਦੀਆਂ ਪੂਰੀਆਂ ਕੀਤੀਆਂ ਜਾ ਰਹੀਆਂ। ਉਹ ਇੱਕ ਹਫ਼ਤੇ ਦੇ ਵਿੱਚ ਵਿਦਿਨ ਦਿਸ ਵੀਕ ਉਹਦਾ ਚਲਾਨ ਜਿਹੜਾ ਕੋਰਟ 'ਚ ਚਲਾ ਜਾਏਗਾ। ਜਿਹੜੇ ਮੇਨ ਉਹਦੇ ਵਿੱਚ ਅਕਿਊਜ਼ਡ ਨੇ ਜਿਹੜੇ ਫੜੇ ਗਏ ਨੇ। ਨਾਲ ਹੀ ਮੂਸੇਵਾਲਾ ਕੇਸ 'ਚ ਚਾਰਜ ਸ਼ੀਟ ਨੂੰ ਲੈ ਕੇ ਵੀ ਆਈਜੀ ਨੇ ਕਿਹਾ ਕਿ ਚਾਰਜ ਸ਼ੀਟ ਤਿਆਰ ਹੈ ਤੇ ਆਉਂਦੇ ਦਿਨਾਂ 'ਚ ਕੋਰਟ 'ਚ ਪੇਸ਼ ਕਰ ਦਿੱਤੀ ਜਾਏਗੀ। ਤੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਗੈਂਗ ਨੇ ਫਿਰ ਲਾਰੈਂਸ ਗੈਂਗ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਪੋਸਟ ਦੇ ਜ਼ਰੀਏ ਕਿਹਾ ਕਿ ਉਹ ਗੋਲਡੀ ਬਰਾੜ ਅਤੇ ਸਿੰਗਰ ਮਨਕੀਰਤ ਔਲਖ ਤੋਂ ਬਦਲਾ ਲੈਣਗੇ, ਚਾਹੇ ਇਸ 'ਚ ਉਹਨਾਂ ਨੂੰ ਕਿੰਨਾ ਵੀ ਸਮਾਂ ਕਿਉਂ ਨਾ ਲੱਗ ਜਾਏ। ਇਹੀ ਨਹੀਂ, ਜੋ ਵੀ ਇਹਨਾਂ ਦਾ ਸਾਥ ਦੇਗਾ ਉਹ ਸਾਰੇ ਮਰਨਗੇ। ਬੰਬੀਹਾ ਗੈਂਗ ਨੇ ਪਹਿਲਾਂ ਵੀ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਸੀ।
ਇਸ ਤੋਂ ਬਾਅਦ ਪੰਜਾਬ 'ਚ ਹੁਣ ਵੱਡੀ ਗੈਂਗਵਾਰ ਦਾ ਸ਼ੱਕ ਪੈਦਾ ਹੋਇਆ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਤੇ ਬੰਬੀਹਾ ਗੈਂਗ ਆਮੋ ਸਾਹਮਣੇ ਹੋ ਚੁੱਕੇ ਨੇ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰ ਕੇ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਪੰਜਾਬ ਪੁਲਿਸ ਨੇ ਇਸ ਮਾਮਲੇ 'ਚ ਲਾਰੈਂਸ ਨੂੰ ਕਤਲ ਦਾ ਮਾਸਟਰਮਾਈਂਡ ਦੱਸਿਆ ਹੈ। ਇਸ ਕਤਲ 'ਚ ਗੋਲਡੀ ਬਰਾੜ ਤੋਂ ਇਲਾਵਾ ਜੱਗੂ ਭਗਵਾਨਪੁਰੀਆ, ਲਿਪਨ ਨਹਿਰਾ ਸਮੇਤ ਕਈ ਗੈਂਗਸਟਰਸ ਦਾ ਰੋਲ ਸਾਹਮਣੇ ਆਇਆ ਹੈ। ਮੂਸੇਵਾਲਾ ਦਾ ਕਤਲ ਕਰਨ ਵਾਲੇ 3 ਸ਼ਾਰਪ ਸ਼ੂਟਰਸ ਪ੍ਰਿਯਵਰਤ ਫੌਜੀ, ਅੰਕਿਤ ਸਿਰਸਾ ਤੇ ਕਸ਼ਿਸ਼ ਫੜੇ ਜਾ ਚੁੱਕੇ ਨੇ ਤੇ ਸ਼ੂਟਰ ਮਨੂ ਤੇ ਰੂਪਾ ਐਨਕਾਊਂਟਰ 'ਚ ਮਾਰੇ ਗਏ ਨੇ। 6ਵਾਂ ਸ਼ੂਟਰ ਦੀਪਕ ਮੁੰਡੀ ਹਾਲੇ ਫਰਾਰ ਹੈ। ਤਾਂ ਬੇਸ਼ੱਕ ਸ਼ੂਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, ਪਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਰੰਜ ਇਹ ਹੈ ਕਿ ਹਾਲੇ ਤੱਕ ਜਿਨ੍ਹਾਂ ਨੇ ਇਹ ਸਥਿਤੀਆਂ ਪੈਦਾ ਕੀਤੀਆਂ, ਜਿਨ੍ਹਾਂ ਨੇ ਇੱਥੋਂ ਤੱਕ ਸਥਿਤੀ ਲਿਆ ਦਿੱਤੀ ਕਿ ਉਹਨਾਂ ਦੇ ਪਰਿਵਾਰ ਦਾ ਮੈਂਬਰ ਚਲਾ ਗਿਆ, ਉਹਨਾਂ ਦਾ ਪੁੱਤ ਚਲਾ ਗਿਆ, ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ। ਪਿਛਲੇ ਦਿਨੀ ਪਰਿਵਾਰ ਵੱਲੋਂ ਅਲਟੀਮੇਟਮ ਸਰਕਾਰ ਨੂੰ ਦਿੱਤਾ ਗਿਆ ਸੀ ਤੇ ਹੁਣ ਕੈਂਡਲ ਮਾਰਚ ਦੇ ਨਾਲ ਉਸ ਲੜਾਈ ਦੀ ਇੱਕ ਤਰੀਕੇ ਨਾਲ ਸ਼ੁਰੂਆਤ ਵੀ ਪਰਿਵਾਰ ਕਰਨ ਜਾ ਰਿਹਾ ਹੈ। ਉਧਰ ਜਵਾਹਰ ਕੇ ਪਿੰਡ 'ਚ ਜਿੱਥੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਉੱਥੇ ਗੋਲੀਆਂ ਦੇ ਨਿਸ਼ਾਨ ਤੇ ਹੁਣ ਯਾਦਗਾਰ ਬਣਾਈ ਜਾ ਰਹੀ ਹੈ। ਤੇ ਇਹ ਨਿਸ਼ਾਨ ਜਿਸ ਨੂੰ ਚੌਕ ਨਾਲ ਹਾਈਲਾਈਟ ਕੀਤਾ ਹੋਇਆ ਹੈ ਤੇ ਇੱਕ ਦੀਵਾਰ ਤੇ ਗੋਲ ਨਿਸ਼ਾਨਾਂ ਤੇ ਸ਼ੀਸ਼ਾ ਜੜ ਦਿੱਤਾ ਗਿਆ ਹੈ। ਇਹ ਨਿਸ਼ਾਨ 29 ਮਈ ਦੇ ਨੇ ਤੇ ਉਦੋਂ ਦੇ ਨੇ ਜਦੋਂ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਤੇ ਕੁਝ ਗੋਲੀਆਂ ਕੰਧ ਤੇ ਲੱਗੀਆਂ, ਜਿਸ ਨੂੰ ਪਿੰਡ ਜਵਾਰਕੇ ਦੇ ਵਾਸੀ ਸ਼ੀਸ਼ੇ 'ਚ ਜੜਾ ਰਹੇ ਨੇ। ਸਾਡੇ ਪਿੰਡ ਦੇ ਵਾਸੀ ਨੇ ਜੀ ਤੇ ਗੁਰਜੀਤ ਸਿੰਘ ਦੋਨੇ ਭਾਈ ਨੇ ਦੱਸਦਾ ਉਹਨਾਂ ਨੇ ਦਾਨ ਕੀਤੀ ਹੈਗਾ ਜੀ। ਇੱਥੇ ਲੈਫਟ ਸਾਈਡ ਕਰਕੇ ਸਿੱਧੂ ਮੂਸੇਵਾਲਾ ਦਾ ਪੁਤਲਾ ਆ ਰਿਹਾ ਤੇ ਸਿੱਧੂ ਯਾਦ ਨੂੰ ਟਾਇਆ ਰੱਖਣ ਵਾਸਤੇ ਸਭ ਤੱਕ ਲੋਕ ਦੇਖਦੇ ਆਉਂਦੇ ਜਾਂਦੇ ਨੇ। ਪੁਤਲਾ ਹੈ ਜਿੱਥੇ ਮੂਸੇਵਾਲਾ ਦੀ ਥਾਰ ਖੜੀ ਸੀ, ਪਿੰਡ ਵਾਸੀਆਂ ਨੇ ਸੜਕ ਤੇ ਨਿਸ਼ਾਨਾਂ ਨੂੰ ਵਾਰ-ਵਾਰ ਗੂੜਾ ਕੀਤਾ ਹੈ ਤੇ ਉੱਥੇ ਲੋਹੇ ਦੇ ਨਟ ਵੀ ਲਗਾ ਦਿੱਤੇ ਨੇ ਤਾਂ ਜੋ ਲੰਮੇ ਸਮੇਂ ਤੱਕ ਲੋਕਾਂ ਨੂੰ ਯਾਦ ਰਹਿ ਸਕੇ। ਇੱਕ ਪਾਸੇ ਜਿੱਥੇ ਗੋਲੀਆਂ ਦੇ ਨਿਸ਼ਾਨਾਂ ਨੂੰ ਸ਼ੀਸ਼ੇ 'ਚ ਜੜਿਆ ਜਾ ਰਿਹਾ ਤਾਂ ਦੂਜੇ ਪਾਸੇ ਸਿੱਧੂ ਮੂਸੇਵਾਲਾ ਦਾ ਬੁੱਤ ਲਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਹ ਨੀਹਾਂ ਕਿਸੇ ਘਰ ਨੂੰ ਪਾਉਣ ਲਈ ਨਹੀਂ, ਸਗੋਂ ਇਸ ਜਗ੍ਹਾ ਤੇ ਸਿੱਧੂ ਮੂਸੇਵਾਲਾ ਦਾ ਬੁੱਤ ਲੱਗੇਗਾ ਤੇ ਇਸ ਜਗ੍ਹਾ ਨੂੰ ਪਿੰਡ ਦੇ ਸ਼ਖਸ ਵੱਲੋਂ ਦਾਨ ਕੀਤਾ ਗਿਆ ਹੈ ਤੇ ਇੱਥੇ ਹੁਣ ਪਿੰਡ ਦੇ ਨੌਜਵਾਨਾਂ ਨੇ ਮਿਲ ਕੇ ਬੁੱਤ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਿੱਧੂ ਯਾਦ ਦੇ ਵਿੱਚ ਇੱਥੇ ਸਟੈਚੂ ਲਾ ਰਿਹਾ ਜੀ, ਇਹ ਜਗ੍ਹਾ ਕਵਰ ਕੀਤੀ। ਪੈਸੇ ਤਾਂ ਸਾਰੇ ਪਿੰਡ ਦੀ ਸਹਿਮਤੀ ਹੈ ਜੀ। ਗੁਰਜੀਤ ਸਿੰਘ ਸਾਡੇ ਪਿੰਡ ਦੇ ਨੇ ਜੀ, ਜਿਨ੍ਹਾਂ ਨੇ ਜਗ੍ਹਾ ਦਾਨ ਕਰੀ ਹੈ ਜੀ ਤੇ ਬਾਕੀ ਹੋਰ ਸਾਰੇ ਪਿੰਡ ਨਗਰ ਨੇ ਜੀ, ਮੁੰਡੇ ਸਾਰੇ ਸਹਿਯੋਗ ਪਾ ਕੇ ਤੇ ਚੈਰੀਟੇਬਲ ਟਰੱਸਟ ਬਣਾਵਾਂਗੇ ਸੀ ਤੇ ਇੱਥੇ ਸਟੈਚੂ ਦਾ ਕਰਾਂਗੇ ਬੁੱਤ ਲਾਵਾਂਗੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ 'ਚ ਲੋਕ ਇੱਥੇ ਆਉਂਦੇ ਨੇ ਤੇ ਨਿਸ਼ਾਨ ਦੇਖਦੇ ਨੇ। ਐਤਵਾਰ ਨੂੰ ਤਾਂ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ। ਨਾਲ ਹੀ ਨੌਜਵਾਨਾਂ ਨੇ ਲੋਕਾਂ ਤੋਂ ਸਹਿਯੋਗ ਵੀ ਮੰਗਿਆ ਹੈ ਤਾਂ ਜੋ ਜਲਦ ਤੋਂ ਜਲਦ ਇੱਥੇ ਮੂਸੇਵਾਲਾ ਦਾ ਬੁੱਤ ਲਾਇਆ ਜਾ ਸਕੇ। ਸਹਿਯੋਗ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ। ਉਹਦੇ 7 ਮੈਂਬਰ ਅਸੀਂ ਠੀਕ ਹੈ ਜੀ ਤੇ ਸਾਨੂੰ ਸਹਿਯੋਗ ਬਹੁਤ ਜ਼ਰੂਰਤ ਹੈ। ਅਸੀਂ ਕੰਮ ਕਿਹੜਾ ਸ਼ੁਰੂ ਕਰ ਲਿਆ, ਸਾਨੂੰ ਵੱਧ ਤੋਂ ਵੱਧ ਸਹਿਯੋਗ ਮਿਲੇ ਕਿ ਅਸੀਂ ਇਹਨੂੰ ਵਧੀਆ ਪ੍ਰੋਪਰ ਤਰੀਕੇ ਨਾਲ ਪਹੁੰਚਾਇਆ ਜਾਵੇ ਛੇਤੀ। ਸਿੱਧੂ ਮੂਸੇਵਾਲਾ ਦੀ ਇੱਕ ਸਮਾਧ ਮੂਸਾ ਪਿੰਡ 'ਚ ਬਣੀ ਹੈ ਜਿੱਥੇ ਸਿੱਧੂ ਦਾ ਸੰਸਕਾਰ ਕੀਤਾ ਗਿਆ ਸੀ ਤੇ ਹੁਣ ਉੱਥੇ ਵੀ ਸਿੱਧੂ ਦੀ ਯਾਦਗਾਰ ਬਣਾਈ ਜਾ ਰਹੀ ਹੈ ਜਿੱਥੇ ਸਿੱਧੂ ਨੇ ਆਖਰੀ ਸਾਹ ਲਏ। ਤੇ ਉਧਰ ਰਾਠੀ ਕਲਾ ਕੇਂਦਰ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲਾ ਦੇ 6911 ਟਰੈਕਟਰ ਵਰਗਾ ਇੱਕ ਛੋਟਾ ਟਰੈਕਟਰ ਤਿਆਰ ਕੀਤਾ ਗਿਆ ਹੈ ਜਿਸ ਨੂੰ ਉਸ ਦਾ ਮਾਲਕ ਸਿੱਧੂ ਦੀ ਸਮਾਧ ਤੇ ਰੱਖੇਗਾ। ਅੱਗੇ ਲਿਖਿਆ ਹੈ ਕੋਈ ਹੋਰ ਤੇ ਪਿੱਛੇ ਲਿਖਿਆ ਹੈ ਦਿਲ ਦਾ ਨਹੀਂ ਮਾੜਾ। ਉਵੇਂ ਹੀ ਮੂਸੇਵਾਲਾ ਦੀਆਂ ਫੋਟੋਆਂ, ਉਵੇਂ ਹੀ ਸਟੀਅਰਿੰਗ, ਬਸ ਇਸ 6911 ਦਾ ਆਕਾਰ ਛੋਟਾ ਹੈ ਤੇ ਨਾ ਹੀ ਇਹ ਉਵੇਂ ਸੜਕਾਂ ਤੇ ਚੱਲੇਗਾ ਤੇ ਨਾ ਹੀ ਇਸ ਨੂੰ ਚਲਾਉਣ ਵਾਲਾ ਹੈ। ਇਹ ਤਸਵੀਰਾਂ ਨੇ ਰਾਠੀ ਕਲਾ ਕੇਂਦਰ ਦੀਆਂ ਜਿੱਥੇ ਮੂਸੇਵਾਲਾ ਖੁਦ ਜਾ ਕੇ ਵੀ ਆਇਆ ਸੀ ਤੇ ਆਪਣੇ 6911 ਵਰਗੇ ਛੋਟੇ ਆਕਾਰ ਦੇ ਟਰੈਕਟਰ ਦਾ ਆਰਡਰ ਦਿੱਤਾ ਸੀ। ਤੋਂ ਸਿੱਧੂ ਸਾਹਿਬ ਸਾਡੇ ਰਾਠੀ ਕਲਾ ਕੇਂਦਰ ਨੂੰ ਵੇਖਣ ਵਾਸਤੇ ਆਏ ਸੀਗੇ ਤਾਂ ਉਹਨਾਂ ਨੇ ਪੂਰਾ ਕਲਾ ਕੇਂਦਰ ਸਾਡਾ ਵੇਖਿਆ ਤਾਂ ਮੈਨੂੰ ਜਾਣ ਲੱਗੇ ਕਹਿ ਕੇ ਗਏ ਸੀ ਕਿ ਰਾਠ ਸਾਹਿਬ ਤੁਸੀਂ ਸਾਨੂੰ 2-3 ਟਰੈਕਟਰ
ਤਿਆਰ ਕਰਕੇ ਦਿਓ ਆਪਣੇ ਹੱਥਾਂ ਦੇ ਨਾਲ। ਇਹ ਟਰੈਕਟਰ ਦੇ ਉੱਪਰ ਖਰਚਾ ਨਹੀਂ ਬਹੁਤਾ ਆਇਆ, ਖਰਚਾ ਤਾਂ ਇਹਦੇ ਉੱਪਰ ਸੀਟਾਂ ਜਿਹੜੀਆਂ ਹੁੰਦੀਆਂ ਕੋਈ ਬਹੁਤੀਆਂ ਮਹਿੰਗੀਆਂ ਨਹੀਂ ਹੁੰਦੀਆਂ, ਮਿਹਨਤ ਬਹੁਤ ਲੱਗਦੀ ਹੈ। ਮਿਹਨਤ 15 ਤੋਂ 20 ਦਿਨ ਇੱਕ ਟਰੈਕਟਰ ਨੂੰ ਤਿਆਰ ਹੋਣ ਤੇ ਲੱਗ ਜਾਂਦੇ ਆ। ਰਾਠੀ ਕਲਾਂ ਕੇਂਦਰ ਦੇ ਮਾਲਕ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਖੇਤਾਂ ਤੇ 5911 ਦਾ ਪੂਰਾ ਚਾਅ ਸੀ ਤੇ ਹੁਣ ਇਸ 5911 ਨੂੰ ਸਿੱਧੂ ਦੀ ਸਮਾਧ ਤੇ ਰੱਖਿਆ ਜਾਏਗਾ। ਦੱਸ ਦਈਏ ਕਿ ਇਹ ਟਰੈਕਟਰ ਟੁੱਟੀਆਂ ਚੱਪਲਾਂ ਤੋਂ ਬਣਾਇਆ ਗਿਆ ਹੈ। ਤਾਂ ਸਿੱਧੂ ਮੂਸੇਵਾਲਾ ਦੀ ਮੌਤ ਨੂੰ 3 ਮਹੀਨੇ ਹੋਣ ਵਾਲੇ ਨੇ। ਪੁਲਿਸ ਤਿਆਰੀ ਕਰ ਰਹੀ ਹੈ ਚਲਾਨ ਦਾਖਲ ਕਰਨ ਦੀ ਅਗਲੇ ਹਫ਼ਤੇ ਦੇ ਵਿੱਚ। ਜਿਵੇਂ ਪੁਲਿਸ ਕਹਿ ਰਹੀ ਹੈ ਕਿ ਅਸੀਂ ਚਲਾਨ ਦਾਖਲ ਕਰ ਦੇਵਾਂਗੇ। ਔਰ 29 ਮਈ ਨੂੰ ਇਹ ਘਟਨਾ ਵਾਪਰੀ ਸੀ, ਜਿਸ ਤੋਂ ਇੱਕ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਦੇ ਵਿੱਚ ਕਟੌਤੀ ਹੋਈ ਸੀ। ਪਰਿਵਾਰ ਦਾ ਰੰਜ ਉਸ ਚੀਜ਼ ਨੂੰ ਲੈ ਕੇ ਵੀ ਵਾਰ-ਵਾਰ ਸਾਹਮਣੇ ਆਉਂਦਾ ਰਹਿੰਦਾ ਹੈ ਤੇ ਉਸੇ VVIP ਸਿਕਿਉਰਿਟੀ ਦਾ ਮਸਲਾ ਹਾਈ ਕੋਰਟ ਪਹੁੰਚਿਆ ਤੇ ਉਸ ਤੇ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਲਿਆ ਹੈ ਔਰ ਘਟਾਈ ਗਈ ਸੁਰੱਖਿਆ ਤੇ ਹੁਣ ਹਾਈ ਕੋਰਟ ਨੇ ਸਮੀਖਿਆ ਕਰਨ ਦੇ ਹੁਕਮ ਦਿੱਤੇ। ਤੇ ਇਸ ਤੇ ਅਗਲਾ ਫੈਸਲਾ ਸਮੀਖਿਆ ਤੋਂ ਬਾਅਦ ਹੀ ਲੈਣ ਦੀ ਗੱਲ ਕਹੀ। ਨਾਲ ਹੀ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਸੁਰੱਖਿਆ ਤੇ ਸਮੀਖਿਆ ਨੂੰ ਲੈ ਕੇ ਸੂਬਾ ਤੇ ਕੇਂਦਰੀ ਏਜੰਸੀਆਂ ਦੀ ਇਨਪੁਟ ਲਈ ਜਾਵੇ। ਜਿਸ ਨੂੰ ਸੁਰੱਖਿਆ ਦੇਣੀ ਹੈ ਉਸ ਦਾ ਪੱਖ ਲੈਣ ਦੀ ਵੀ ਗੱਲ ਕਹੀ ਹੈ। ਪਹਿਲੀ ਗੱਲ ਤੇ ਇਹ ਚਾਹੇ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਸੂਬੇ ਦੀ ਹੋਵੇ, ਸੈਂਟਰ ਦੀ ਹੋਵੇ, ਜਿਹੜੀ ਸਿਕਿਉਰਿਟੀ ਕਿਸ ਬੰਦੇ ਨੂੰ ਕਿੰਨੀ ਦੇਣੀ ਹੈ, ਨਹੀਂ ਦੇਣੀ ਹੈ, ਵਿਡਰਾਅ ਕਰਨੀ ਹੈ, ਵਧਾਣੀ ਹੈ, ਇਹ ਮਾਮਲੇ ਸਟ੍ਰਿਕਟਲੀ ਕੌਨਫੀਡੈਂਸ਼ੀਅਲ ਤੇ ਕਦੇ ਵੀ ਪਬਲਿਕ ਡੋਮੇਨ 'ਚ ਨਹੀਂ ਆਉਣਾ ਚਾਹੀਦਾ। ਹਾਈ ਕੋਰਟ ਨੇ ਵੀ ਸੁਰੱਖਿਆ ਕਟੌਤੀ ਦੀ ਜਾਣਕਾਰੀ ਜਨਤਕ ਕਰਨ ਤੇ ਟਿੱਪਣੀ ਕੀਤੀ ਹੈ। ਹਾਈ ਕੋਰਟ ਦਾ ਮੰਨਣਾ ਹੈ ਕਿ ਕਟੌਤੀ ਦੀ ਜਾਣਕਾਰੀ ਜਨਤਕ ਕਰਨ ਨਾਲ ਕਈਆਂ ਦੀ ਜਾਨ ਖਤਰੇ 'ਚ ਆ ਸਕਦੀ ਹੈ। ਪਾਵਰ 'ਚ ਹੈ ਤਾਂ ਖਤਰਾ ਜ਼ਿਆਦਾ ਹੋਏਗਾ। ਆਫਿਸਰ ਹੈ, ਪਬਲਿਕ ਲਾਈਫ 'ਚ ਹੈ, ਇਹ ਜ਼ਰੂਰੀ ਨਹੀਂ ਹੈ ਕਿ ਵੀ ਸਿਰਫ ਪਾਵਰ ਵਾਲੇ ਨੂੰ ਹੋਵੇ, ਦੂਜੇ ਨੂੰ ਨਾ ਹੋਵੇ। ਇਹ ਅਲੱਗ-ਅਲੱਗ ਸਿਚੁਏਸ਼ਨ ਦੇ ਵਿੱਚ ਡਿਫਰ ਕਰਦੀ ਹੈ। ਇਸ ਕਰਕੇ ਰੈਗੂਲਰ ਅਸੈਸਮੈਂਟ ਹੋਏ, ਜਿਹੜੇ ਬੰਦੇ ਨੂੰ ਖਤਰਾ ਹੈ ਉਹਦੀ ਵੀ ਗੱਲ ਸੁਣ ਲਈ ਜਾਏ, ਤਾਂ ਕਿ ਮੰਨ ਲਓ ਏਜੰਸੀਆਂ ਦੀ ਰਿਪੋਰਟ ਨਹੀਂ ਹੈ ਤਾਂ ਉਹ ਦੱਸੇ ਕਿ ਮੈਨੂੰ ਉਹਦਾ ਖਤਰਾ ਹੈ। ਦੱਸ ਦਈਏ ਕਿ ਸਰਕਾਰ ਦੇ ਸੁਰੱਖਿਆ ਕਟੌਤੀ ਫੈਸਲੇ ਖਿਲਾਫ ਕੋਰਟ 'ਚ 45 ਪਟੀਸ਼ਨਾਂ ਪਾਈਆਂ ਜਾ ਚੁੱਕੀਆਂ ਨੇ। ਨਾਲ ਹੀ 28 ਮਈ ਨੂੰ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਈ ਗਈ ਤੇ 29 ਮਈ ਨੂੰ ਮੂਸੇਵਾਲਾ ਦਾ ਕਤਲ ਹੋ ਗਿਆ, ਜਿਸ ਤੋਂ ਬਾਅਦ ਪਰਿਵਾਰ ਨੇ ਵੀ ਸਰਕਾਰ ਤੇ ਸਵਾਲ ਖੜੇ ਕੀਤੇ ਸੀ। ਤੇ ਹੁਣ ਵਾਰੀ ਹੈ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਅਸੀਂ ਤੁਹਾਨੂੰ ਦੱਸਦੇ ਹਾਂ। ਅੱਜ ਦਾ ਸਵਾਲ ਇਹ ਹੈ ਕਿ SPG ਯਾਨੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦਾ ਗਠਨ ਕਦੋਂ ਹੋਇਆ ਸੀ? ਆਪਸ਼ਨ ਨੇ A 1968, B 1985, C 1980 ਤੇ D 1978। ਇਹ ਸਵਾਲ ਹੈ ਅੱਜ ਦਾ। SPG ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦਾ ਗਠਨ ਕਦੋਂ ਹੋਇਆ ਸੀ? 1968, 1985, 1980 ਜਾਂ 1978? ਇਸੇ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਅੱਜ ਦੇ ਇਸੇ ਐਪੀਸੋਡ 'ਚ ਅਖੀਰ ਤੇ ਦੇਵਾਂਗੇ। ਤੇ ਪਿਛਲੀ ਵਾਰ ਸੁਰੱਖਿਆ 'ਚ ਚੂਕ ਤੋਂ ਸਬਕ ਲੈਂਦੇ ਹੋਏ ਪੰਜਾਬ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਚੰਡੀਗੜ੍ਹ ਦੇ ਨਾਲ ਲੱਗਦੇ ਮੁੱਲਾਂਪੁਰ ਦੇ ਵਿੱਚ ਇਸ ਵਾਰ ਸਖਤ ਸੁਰੱਖਿਆ ਬੰਦੋਬਸਤ ਕੀਤੇ। PM ਮੋਦੀ ਇੱਥੇ ਹੋਮੀ ਬਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਦਾ ਉਦਘਾਟਨ ਕਰਨਗੇ। ਸਮਾਗਮ ਵਾਲੀ ਜਗ੍ਹਾ ਦੇ 2 ਕਿਲੋਮੀਟਰ ਦੇ ਏਰੀਏ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਤੇ ਇਲਾਕੇ ਨੂੰ ਨੋ ਫਲਾਈ ਜ਼ੋਨ ਬਣਾ ਦਿੱਤਾ ਗਿਆ। ਪੂਰੇ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪਿਛਲੀ ਵਾਰ ਸੁਰੱਖਿਆ 'ਚ ਕੋਤਾਹੀ ਦੇ ਚੱਲਦੇ ਇਸ ਵਾਰ ਕਰੀਬ 7000 ਜਵਾਨ ਡਿਊਟੀ ਤੇ ਮੁਸਤੈਦ ਨੇ। ਲੇਕਿਨ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਕਰੀਬ 2 ਤੋਂ 3 ਕਿਲੋਮੀਟਰ ਪੂਰਾ ਸੀਲ ਕਰ ਦਿੱਤਾ ਗਿਆ, ਯਾਨੀ ਕਿ ਕਿਸੇ ਨੂੰ ਵੀ ਇੱਥੇ ਆਉਣ ਜਾਣ ਦੀ ਪਰਮਿਸ਼ਨ ਬਿਲਕੁਲ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਹੜੀ CID ਵਿੰਗ ਹੈ ਪੁਲਿਸ ਦੀ, ਪੰਜਾਬ ਪੁਲਿਸ ਦੀ, ਹੋਰ ਜਿਹੜੀ ਇੰਟੈਲੀਜੈਂਸ ਵਿੰਗ ਹੈ, ਉਹ ਕਾਫੀ ਅਲਰਟ ਤੇ ਹੈ, ਕਿਉਂਕਿ ਪੰਜਾਬ ਪੁਲਿਸ ਤੋਂ ਇਲਾਵਾ ਸਪੈਸ਼ਲ ਸਿਕਿਉਰਿਟੀ ਫੋਰਸ ਦੇ ਅਫਸਰ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਨੇ। PM ਸਿਕਿਉਰਿਟੀ ਦੇ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਅਫਸਰ ਵੀ ਮੋਹਾਲੀ ਪਹੁੰਚ ਚੁੱਕੇ ਨੇ। ਇਲਾਕੇ 'ਚ ਪੁਲਿਸ ਦੇ ਇਲਾਵਾ SSF ਗਾਰਡ ਤੇ ਸਨਾਈਪਰ ਕਮਾਂਡੋਜ਼ ਵੀ ਤੈਨਾਤ ਕੀਤੇ ਗਏ ਨੇ। ਬੰਬ ਡਿਸਪੋਜ਼ਲ ਸਕੁਐਡ ਤੇ ਡੌਗ ਸਕੁਐਡ ਵੀ ਸਟੈਂਡ ਬਾਏ ਰੱਖਿਆ ਗਿਆ ਹੈ। ਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਖਿਲਾਫ ਬਠਿੰਡਾ ਵਿਜੀਲੈਂਸ ਨੂੰ ਇੱਕ ਸ਼ਿਕਾਇਤ ਦਿੱਤੀ ਗਈ। ਇਹ ਸ਼ਿਕਾਇਤ BJP ਨੇਤਾ ਤੇ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਮਨਪ੍ਰੀਤ ਬਾਦਲ ਤੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਕਪਲੇ ਦੇ ਆਰੋਪ ਲਾਏ ਗਏ ਨੇ। ਤੇ ਬਠਿੰਡੇ ਤੋਂ ਚੁਣੇ ਗਏ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਬਣੇ ਸੀਗੇ, ਔਰ ਜਦੋਂ ਤੋਂ ਬਠਿੰਡਾ ਦੇ ਵਿੱਚ ਆਏ
मैं कह सकता है कि सरकारी सिस्टम ते गुंडा कल्चर का कब्जा होया, मनप्रीत बादल की टीम का कब्जा होया। ਬੀਜੇਪੀ ਨੇਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸ਼ਿਕਾਇਤ ਭੇਜੀ ਹੈ ਤੇ ਕਾਰਵਾਈ ਨਾ ਹੋਣ ਤੇ ਕੋਰਟ ਜਾਣ ਦੀ ਗੱਲ ਕਹੀ ਹੈ। ਤੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਚ ਗ੍ਰਿਫਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 27 ਅਗਸਤ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਆਸ਼ੂ ਨੂੰ ਕਰੜੀ ਸੁਰੱਖਿਆ ਦੇ ਵਿਚਾਲੇ ਲੁਧਿਆਣਾ ਕੋਰਟ ਲਿਆਂਦਾ ਗਿਆ। ਸੋਮਵਾਰ ਨੂੰ ਸੈਲੂਨ ਤੋਂ ਵਾਲ ਕਟਵਾਉਂਦੇ ਹੋਏ ਆਸ਼ੂ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਆਸ਼ੂ ਦੇ ਖਿਲਾਫ ਵਿਜੀਲੈਂਸ ਦੇ ਕੋਲ ਆਪਣੇ ਕੁਝ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਟੈਂਡਰ 'ਚ ਘਪਲੇਬਾਜ਼ੀ ਦੀ ਸ਼ਿਕਾਇਤ ਹੈ। ਦਿਨ ਦਾ ਮੰਗਿਆ ਸੀ ਪੁਲਿਸ ਨੇ ਤੇ ਕੋਰਟ ਜਿਹੜੀ ਹੈਗੀ ਮਾਨਯੋਗ ਅਦਾਲਤ ਦਾ 4 ਦਿਨ ਦਾ ਰਿਮਾਂਡ ਜਿਹੜਾ ਦਿੱਤਾ ਗਿਆ। ਨਹੀਂ ਇਹਦਾ ਕੋਈ ਪੱਖ ਜਾਂ ਨਾ ਪੱਖ ਦੀ ਗੱਲ ਨਹੀਂ ਹੁੰਦੀ ਹੈ ਕਿ ਇਟ ਇਜ਼ ਅ ਰਿਮਾਂਡ ਜਿਹੜਾ ਹੈਗਾ ਵਾ ਉਹਨਾਂ ਕਸਟੋਡੀਅਲ ਇੰਟਰੋਗੇਸ਼ਨ ਤਾਂ ਦਿੰਦੇ ਆ ਕਿ ਦੇ ਵਾਂਟ ਟੂ ਨੋ ਸਮਥਿੰਗ ਫਰਮ ਹਿਮ। ਉਹ ਕਹਿੰਦੇ ਜੀ ਅਸੀਂ ਜਿਹੜੇ ਆ 2 ਬੰਦਿਆਂ ਨੂੰ, ਇੱਕ ਤੇਲੂ ਰਾਮ ਨੂੰ ਕਿਹਨੂੰ ਅੱਗੇ ਪਿੱਛੇ ਬਿਠਾ ਕੇ ਪੁੱਛਗਿੱਛ ਕਰਨੀ ਹੈ। ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਨੇ ਆਸ਼ੂ ਤੇ FIR ਦਰਜ ਕੀਤੀ। ਇਸ ਮਾਮਲੇ 'ਚ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ ਤੇ ਸੰਦੀਪ ਭਾਟੀਆ ਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਤੇ ਹੋਰ ਹਿੱਸੇਦਾਰਾਂ ਦੇ ਨਾਮ ਸ਼ਾਮਿਲ ਨੇ। ਠੇਕੇਦਾਰ ਤੇਲੂ ਰਾਮ ਪੁਲਿਸ ਦੀ ਗ੍ਰਿਫਤ 'ਚ ਹੈ ਤੇ ਪੁੱਛਗਿੱਛ ਵਿੱਚ ਤੇਲੂ ਰਾਮ ਨੇ ਭਾਰਤ ਭੂਸ਼ਣ ਆਸ਼ੂ ਦਾ ਨਾਮ ਲਿਆ। ਇੱਕ ਪਾਸੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋਈ ਤਾਂ ਦੂਜੇ ਪਾਸੇ ਮੁੱਖ ਮੰਤਰੀ ਮਾਨ ਨੇ ਵੀ ਆਪਣੇ ਹੀ ਅੰਦਾਜ਼ 'ਚ ਆਸ਼ੂ ਤੇ ਤੰਜ ਕੱਸੀ। ਸਵੇਰੇ ਕਾਂਗਰਸ ਦਾ ਐਕਸ਼ਨ ਤੇ ਸ਼ਾਮ ਨੂੰ ਵਿਜੀਲੈਂਸ ਦਾ ਰਿਐਕਸ਼ਨ ਹੋਇਆ ਤੇ ਸਾਬਕਾ ਮੰਤਰੀ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੀਐਮ ਮਾਨ ਨੇ ਤੰਜ ਕੱਸਿਆ। ਤੰਜ ਆਸ਼ੂ ਦੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਦੇ ਬਿਆਨ ਨੂੰ ਲੈ ਕੇ, ਜਿਸ 'ਚ ਆਸ਼ੂ ਕਹਿ ਰਹੇ ਸੀ ਕਿ ਫੜ ਲਵੋ ਤੇ ਸੀਐਮ ਨੇ ਕਿਹਾ ਕਿ ਜਦੋਂ ਆਸ਼ੂ ਨੂੰ ਫੜ ਲਿਆ ਤਾਂ ਫਿਰ ਵਿਵਾਦ ਕਿਉਂ। ਬਾਕੀ ਕਾਨੂੰਨ ਆਪਣੀ ਕਾਰਵਾਈ ਕਰੂਗਾ। ਹੁਣ ਇੱਥੇ ਆ ਕੇ ਤਾਂ ਕਹਿੰਦੇ ਸਾਨੂੰ ਫੜ ਲਓ, ਜਦੋਂ ਫੜ ਲਏ ਕਹਿੰਦੇ ਕਿਉਂ ਫੜੇ ਹੋ। ਨਾਲ ਹੀ ਆਸ਼ੂ ਦੀ ਗ੍ਰਿਫਤਾਰੀ ਨੂੰ ਲੈ ਕੇ ਕਿਹਾ ਕਿ ਜਿਸਨੇ ਪੰਜਾਬ ਨੂੰ ਲੁੱਟਿਆ ਉਸ ਤੋਂ ਹਿਸਾਬ ਲੈਣਾ ਤਾਂ ਬਣਦਾ ਹੈ। ਕਬੀਰਾ ਤੇਰੀ ਝੋਪੜੀ ਗਲ ਕਟੀਨ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭੈ ਉਦਾਸ। ਤੇ ਜਦੋਂ ਐਕਸ਼ਨ ਤੇ ਸਰਕਾਰੀ ਰਿਐਕਸ਼ਨ ਹੋਵੇ ਤੇ ਵਿਰੋਧੀਆਂ ਦੀ ਭਾਸ਼ਾ 'ਚ ਉਹਨਾਂ ਨੂੰ ਜਵਾਬ ਮਿਲੇ ਤਾਂ ਫਿਰ ਫਰਕ ਤਾਂ ਪੈਂਦਾ ਹੈ। ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 4358 ਪੁਲਿਸ ਕਾਂਸਟੇਬਲਸ ਨੂੰ ਨਿਯੁਕਤੀ ਪੱਤਰ ਵੰਡੇ, ਨਾਲ ਹੀ ਉਹਨਾਂ ਨੂੰ ਸਲਾਹ ਵੀ ਦਿੱਤੀ। ਤੇ ਇੱਕ ਪਾਸੇ ਸੀਐਮ ਮਾਨ ਨੇ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ, ਉੱਥੇ ਹੀ ਇਹਨਾਂ ਨੂੰ ਇੱਕ ਸਲਾਹ ਵੀ ਦਿੱਤੀ। ਸਲਾਹ ਇਮਾਨਦਾਰੀ ਨਾਲ ਕੰਮ ਕਰਨ ਦੀ, ਨਾਲ ਹੀ ਮਹਾਨ ਲੋਕਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਯਾਦਗਾਰਾਂ ਲਈ ਯਾਦਗਾਰੀ ਕੰਮ ਕਰਨ ਦੀ ਜ਼ਰੂਰਤ ਹੈ। ਆਪਣੇ ਦਿਲ ਨੂੰ ਪੁੱਛ ਕੇ ਇਮਾਨਦਾਰੀ ਵਾਲੇ ਪਾਸੇ ਜਾਇਓ, ਸੱਚ ਵਾਲੇ ਪਾਸੇ ਜਾਇਓ ਤਾਂ ਤੁਹਾਨੂੰ ਸਕੂਨ ਮਿਲੂਗਾ। ਪੈਸੇ ਕਮਾ ਕੇ ਬਹੁਤ ਦੁਨੀਆ ਤੁਰ ਗਈ ਇੱਥੋਂ, ਕੋਈ ਕਿਸੇ ਨੂੰ ਯਾਦ ਨਹੀਂ ਰੱਖਦਾ। ਯਾਦ ਸਿਰਫ ਉਹਨਾਂ ਨੂੰ ਰੱਖਿਆ ਜਾਂਦਾ ਜਿਹੜੇ ਲੋਕਾਂ ਵਾਸਤੇ ਕੁਝ ਕਰ ਜਾਂਦੇ। ਇਸ 'ਚ ਕਰੀਬ 40% ਦੀ ਕੁੜੀਆਂ ਨੂੰ ਭਰਤੀ ਕੀਤਾ ਗਿਆ। ਨਾਲ ਹੀ ਸੀਐਮ ਨੇ ਇਹ ਵੀ ਕਿਹਾ ਕਿ ਮੇਰੇ ਦਿਲ 'ਚ ਪੰਜਾਬ ਪੁਲਿਸ ਲਈ ਬਹੁਤ ਇੱਜ਼ਤ ਹੈ। ਤੇ BSF ਨੇ ਭਾਰਤ ਪਾਕਿਸਤਾਨ ਸਰਹੱਦ ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ। ਇਹ ਹਥਿਆਰ ਰਾਜਾ ਮੋਤਮ ਤੇ BOP ਜੋਗਿੰਦਰ ਦੇ ਵਿੱਚ ਬਰਾਮਦ ਹੋਏ ਨੇ। ਇਹਨਾਂ 'ਚ 6 ਮੈਗਜ਼ੀਨ ਦੇ ਨਾਲ 3 AK ਸੀਰੀਜ਼ ਰਾਈਫਲ ਨੇ। ਮੰਨਿਆ ਜਾ ਰਿਹਾ ਕਿ ਇਹ ਹਥਿਆਰ ਪਾਕਿਸਤਾਨ ਤੋਂ ਤਸਕਰੀ ਕਰਕੇ ਲਿਆਂਦੇ ਗਏ ਸੀ। ਇਸ ਤੋਂ ਪਹਿਲਾਂ ਬੀਤੇ ਹਫ਼ਤੇ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਸਹਾਇਤਾ ਪ੍ਰਾਪਤ ਆਤੰਕੀ ਮੋਡਿਊਲ ਦਾ ਖੁਲਾਸਾ ਕੀਤਾ ਸੀ। ਇਸ ਵੇਲੇ ਵੀ ਵੱਡੀ ਸੰਖਿਆ 'ਚ ਹਥਿਆਰ ਬਰਾਮਦ ਹੋਏ ਸੀ। ਹਥਿਆਰਾਂ ਦੇ ਜ਼ਖੀਰੇ ਦੇ ਨਾਲ 4 ਅੱਤਵਾਦੀ ਵੀ ਫੜੇ ਗਏ ਸੀ ਤੇ ਇਹਨਾਂ ਕੋਲੋਂ 3 ਹੈਂਡ ਗ੍ਰੇਨੇਡ, 1 IED, 2 9mm ਦੀ ਪਿਸਟਲ ਤੇ 40 ਕਾਰਤੂਸ ਬਰਾਮਦ ਹੋਏ ਸੀ। ਉੱਥੇ ਹੀ ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਅਲਰਟ ਕਰਦੇ ਹੋਏ ਸੂਬੇ 'ਚ ਅੱਤਵਾਦੀ ਹਮਲੇ ਦਾ ਸ਼ੱਕ ਜ਼ਾਹਿਰ ਕੀਤਾ ਹੈ। ਤੇ ਖਬਰ ਫਿਰੋਜ਼ਪੁਰ ਤੋਂ ਹੈ, ਜਿੱਥੇ ਪੁਲਿਸ ਥਾਣੇ ਦੀ ਕੰਧ 'ਚ ਇੱਕ ਟਰਾਂਜ਼ਿਸਟਰ ਮਿਲਣ ਦੇ ਨਾਲ ਹੜਕੰਪ ਮਚ ਗਿਆ।
ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਪੂਰੇ ਏਰੀਏ ਨੂੰ ਸੀਲ ਕਰ ਦਿੱਤਾ ਗਿਆ। ਪੁਲਿਸ ਮਹਿਕਮੇ 'ਚ ਹੜਕੰਪ ਮਚ ਗਿਆ। ਆਲਾ ਅਧਿਕਾਰੀ ਮੌਕੇ ਤੇ ਪਹੁੰਚ ਗਏ। ਬੰਬ ਨਿਰੋਧਕ ਦਸਤਾ ਵੀ ਮੌਕੇ ਤੇ ਬੁਲਾ ਲਿਆ ਗਿਆ। ਇਸ ਰੇਡੀਓ ਦੇ ਕੋਲ ਇੱਕ ਨੀਲੀ ਤਾਰ ਵੀ ਨਜ਼ਰ ਆ ਰਹੀ ਹੈ, ਜਿਸ ਨਾਲ ਪੁਲਿਸ ਦਾ ਸ਼ੱਕ ਹੋਰ ਗਹਿਰਾ ਗਿਆ। थाने के बाहर अज सवेरे एक रेड कलर का नेक्टर कंपनी का ना टेप रिकॉर्डर सीगा। सो सानू सस्पिशियस लगा। ये पिछले जी वायर दिख रही सी नीले रंग की, वो एक तरह छल्ला जिहा सीगा वायर का। सो असी उन्होंने चैक किया तो वो एक टेप रिकॉर्डर पाया गया, किसी की शरारत है। हालांकि बाद च जदों पड़ताल की गई तो रेडियो च किसी तरह का विस्फोटक नहीं निकलिया। ड्यू प्रिकॉशन लेंदे हुए जिहड़ा हैगा वो चैक किया, सावधानी बरते ਤੇ ਉਹ ਪਤਾ ਲੱਗਿਆ ਕਿ ਕਿਸੇ ਵੀ ਤਰੀਕੇ ਦਾ ਕੋਈ ਸਸਪੈਕਟਡ ਆਬਜੈਕਟ ਨਹੀਂ ਹੈਗਾ, ਉਹ ਇੱਕ ਟੇਪ ਰਿਕਾਰਡਰ ਸੀ। ਤੇ ਹੁਣ ਫਿਰ ਵੀ ਅਸੀਂ ਉਹ ਪੜਤਾਲ ਕਰ ਰਹੇ ਹਾਂ ਕਿ ਕਿਹੜੇ ਬੰਦੇ ਨੇ ਇਹਨੂੰ ਰੱਖਿਆ ਹੈ। ਸਹੀ ਇਸ ਤਰੀਕੇ ਦੀ ਕੋਈ ਐਕਸਪਲੋਸਿਵ ਵਾਲੀ ਜਾਂ ਕੋਈ ਬੰਬ ਵਾਲੀ ਕੋਈ ਗੱਲ ਨਹੀਂ ਹੈ। ਫਿਲਹਾਲ ਟ੍ਰਾਂਜ਼ਿਸਟਰ ਨੂੰ ਪੁਲਿਸ ਨੇ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਹੈ। ਤੇ ਤਰਨਤਾਰਨ ਦੇ ਝਬਾਲ ਦੇ ਇੱਕ ਸਮਾਜ ਸੇਵੀ ਨੇ ਨਸ਼ੇ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਤੇ ਨਸ਼ੇ ਦੀਆਂ ਪੁੜੀਆਂ ਲੈ ਕੇ ਉਹ ਵਿਅਕਤੀ ਵਿਧਾਇਕ ਦੇ ਕੋਲ ਪਹੁੰਚ ਗਿਆ। ਤੇ ਕਹਿੰਦਾ ਇਹ ਲੋ ਵਿਧਾਇਕ ਸਾਹਿਬ ਚਿੱਟੇ ਦੀਆਂ ਪੁੜੀਆਂ, ਇੱਕ ਨਹੀਂ ਸਗੋਂ 4 ਪੁੜੀਆਂ ਨੇ ਜੋ ਇਸ ਸਮਾਜ ਸੇਵੀ ਨੇ ਖਰੀਦੀਆਂ ਨੇ। ਤੇ ਵਿਧਾਇਕ ਕਸ਼ਮੀਰ ਸਿੰਘ ਦੇ ਇਹ ਦਫ਼ਤਰ ਪਹੁੰਚ ਗਿਆ ਤੇ ਵਿਧਾਇਕ ਨੂੰ ਅਪੀਲ ਕੀਤੀ ਕਿ ਨਸ਼ੇ ਤੋਂ ਪੰਜਾਬ ਨੂੰ ਬਚਾ ਲਓ। ਤੌਰ ਤੇ ਆਪਾਂ ਜਾਗੀਏ ਆਪਣੇ ਬੱਚੇ, ਜੇ ਅੱਜ ਨਹੀਂ ਆਪਣੇ ਬੱਚੇ ਲੱਗੇ ਨਾ ਤੇ ਕੱਲ ਨੂੰ ਸਾਡੀ ਵਾਰੀ ਆ ਜਾਣੀ। ਕੀ ਨਾਮ ਸਾਡਾ? ਮੇਰਾ ਨਾਮ ਗੁਰਮੀਤ ਸਿੰਘ। ਹਾਂਜੀ, ਬਾਬਾ ਬੁੱਢੇ ਮੋੜ। ਇਸ ਸ਼ਖਸ ਨੇ ਵੀ ਦੱਸਿਆ ਕਿ ਬੀਤੇ ਦਿਨੀ ਨਸ਼ੇ ਵੇਚਦਿਆਂ ਦੀ ਵੀਡੀਓ ਵੀ ਬਣਾ ਕੇ ਦਿਖਾਈ ਗਈ ਸੀ, ਪਰ ਕੋਈ ਸੁਣਵਾਈ ਨਹੀਂ ਹੋਈ। ਪਰ ਮੈਂ ਦੁਖੀ ਮੰਨਣਾ ਜਿਹੜੇ ਪੇਸ਼ ਕਾਂਡਿਆਂ ਵਿੱਚ ਚਿੱਟੇ ਦੀਆਂ 4 ਪੁੜੀਆਂ ਵਾਂ। ਮਿਤੀ 16 ਤਰੀਕ ਨੂੰ ਮੈਂ ਲਾਈਵ ਹੋਇਆ ਹਾਂ ਕਿ ਚਿੱਟਾ ਵਿਕਣ ਡਿਆ ਸਾਡੇ ਝਬਾਲ ਥਾਣੇ 'ਚ ਬੜਾ ਜੀ। 16 ਨੂੰ ਲਾਈਵ ਹੋਇਆ, ਕੋਈ ਅਸਰ ਨਹੀਂ ਆ। 17 ਨੂੰ ਲੰਘਿਆ, 18 ਨੂੰ MLA ਸਾਹਿਬ ਤੋਂ ਜਾ ਕੇ ਤੇ ਅੱਜ ਪੁੜੀਆਂ ਰੱਖੀਆਂ ਤੇ MLA ਸਾਹਿਬ ਕਰੀਏ ਕੁਛ। ਇਸ ਸ਼ਖਸ ਨੇ ਵੀ ਇਲਜ਼ਾਮ ਲਾਇਆ ਕਿ ਜਿਹੜੀਆਂ ਪੁੜੀਆਂ ਉਹ ਲੈ ਕੇ ਆਇਆ ਉਹਦੇ ਚੋਂ 2 ਪੁੜੀਆਂ ਥਾਣੇ ਦੇ 1 ਕਿਲੋਮੀਟਰ ਤੇ 2 1.5 ਕਿਲੋਮੀਟਰ ਦੇ ਦਾਇਰੇ ਤੋਂ ਖਰੀਦੀਆਂ ਨੇ। ਇੱਕ 2-2.5 ਕਿਲੋਮੀਟਰ ਦੀ ਦੂਰੀ ਤੇ ਥਾਣੇ ਤੋਂ 1 ਕਿਲੋਮੀਟਰ ਦੇ ਅੰਦਰ ਆਉਂਦਾ ਵਾ। ਆ 2 500 ਦੀਆਂ ਆ ਪੁੜੀਆਂ ਜਿਹੜੀਆਂ 5 ਵੜ ਖਰੀਦ ਕੇ ਲਿਆਇਆ ਵਾ। ਤੇ ਕੋਈ ਬਚਾ ਸਕਦਾ ਤੇ ਪੰਜਾਬ ਨੂੰ ਬਚਾ ਲਓ। ਜਦੋਂ ਥਾਣੇ ਦੇ ਨਜ਼ਦੀਕ ਹੀ ਚਿੱਟਾ ਵਿਕਣ ਲੱਗੇ ਤਾਂ ਫਿਰ ਫਰਕ ਤਾਂ ਪੈਂਦਾ ਹੈ। ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਦੀ। ਅੱਜ ਦਾ ਇਤਿਹਾਸ 23 ਤਰੀਕ ਯਾਨੀ 23 ਅਗਸਤ ਭਾਰਤ ਦੇ ਵਿੱਚ ਪਹਿਲਾ ਮੋਬਾਈਲ ਫੋਨ ਆਇਆ ਸੀ। ਅੱਜ ਦੇ ਦਿਨ 23 ਅਗਸਤ 1995 ਨੂੰ ਦੇਸ਼ ਦੇ ਵਿੱਚ ਪਹਿਲਾ ਮੋਬਾਈਲ ਫੋਨ ਆਇਆ ਸੀ। ਸਭ ਤੋਂ ਪਹਿਲਾਂ ਕੋਲਕਾਤਾ ਦੇ ਵਿੱਚ ਫੋਨ ਨੂੰ ਕਮਰਸ਼ੀਅਲ ਤੌਰ ਤੇ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਭਾਰਤ 'ਚ ਮੋਬਾਈਲ ਫੋਨ ਦੀ ਸ਼ੁਰੂਆਤ ਇਸ ਤੋਂ ਕੁਝ ਦਿਨ ਪਹਿਲਾਂ 31 ਜੁਲਾਈ 1995 ਨੂੰ ਹੋਈ ਸੀ। ਮੋਦੀ ਟੈਲਸਟਰਾ ਨਾਮ ਦੀ ਕੰਪਨੀ ਨੇ ਭਾਰਤ ਦੇ ਵਿੱਚ ਇਸ ਸੇਵਾ ਦੀ ਸ਼ੁਰੂਆਤ ਕੀਤੀ ਸੀ ਤੇ ਫਿਰ ਨੋਕੀਆ ਦੇ ਹੈਂਡਸੈਟ 2110 ਦਾ ਇਸਤੇਮਾਲ ਹੋਇਆ ਸੀ। ਇਹ ਕਾਲ ਕੋਲਕਾਤਾ ਤੋਂ ਦਿੱਲੀ ਦੇ ਲਈ ਕੀਤੀ ਗਈ ਸੀ। ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਜੋਤੀ ਬਸੂ ਨੇ ਉਸ ਵੇਲੇ ਦੇ ਕੇਂਦਰੀ ਸੰਚਾਰ ਮੰਤਰੀ ਸੁਖਰਾਮ ਨੂੰ ਕਾਲ ਕੀਤੀ ਸੀ। ਅੱਜ ਸਾਨੂੰ ਇਨਕਮਿੰਗ ਕਾਲ ਦਾ ਕੋਈ ਪੈਸਾ ਨਹੀਂ ਦੇਣਾ ਹੁੰਦਾ, ਪਰ ਉਸ ਵੇਲੇ ਇਨਕਮਿੰਗ ਕਾਲ ਦੇ ਲਈ ਵੀ ਪੈਸੇ ਦੇਣੇ ਪੈਂਦੇ ਸੀ। ਉਦੋਂ ਇਨਕਮਿੰਗ ਕਾਲ ਦੇ ਲਈ 8 ਰੁਪਏ ਪ੍ਰਤੀ ਮਿੰਟ ਹੁੰਦੇ ਸੀ। ਉੱਥੇ ਆਊਟਗੋਇੰਗ ਕਾਲ ਦੇ ਲਈ 16 ਰੁਪਏ ਪ੍ਰਤੀ ਮਿੰਟ ਹੁੰਦੇ ਸੀ। ਯਾਨੀ ਜਿਹੜਾ ਆਊਟਗੋਇੰਗ ਕਾਲ ਕਰਦਾ ਸੀ ਤਾਂ ਉਦੋਂ 16 ਰੁਪਏ ਪ੍ਰਤੀ ਮਿੰਟ ਲੱਗਦੇ ਸੀ ਤੇ ਜਿਹਨੇ ਸੁਣਨੀ ਹੁੰਦੀ ਸੀ ਉਸ ਨੂੰ ਵੀ 8 ਰੁਪਏ ਪ੍ਰਤੀ ਮਿੰਟ ਦਾ ਭੁਗਤਾਨ ਕਰਨਾ ਪੈਂਦਾ ਸੀ। ਇਸ ਕਰਕੇ ਬਹੁਤ ਸਾਰੇ ਲੋਕ ਮਿਸ ਕਾਲ ਮਾਰ ਕੇ ਛੱਡ ਦਿੰਦੇ ਸੀ। ਉਦੋਂ ਮਿਸ ਕਾਲ ਦਾ ਕਨਸੈਪਟ ਚੱਲਿਆ ਸੀ ਔਰ ਹੌਲੀ ਹੌਲੀ ਇਸ ਚੀਜ਼ ਨੇ ਇੰਨੀ ਤਰੱਕੀ ਕੀਤੀ ਕਿ ਅੱਜ ਇਨਕਮਿੰਗ ਕਾਲ ਵੀ ਫ੍ਰੀ ਹੈ ਤੇ ਆਊਟਗੋਇੰਗ ਕਾਲ ਵੀ ਫ੍ਰੀ ਹੋ ਚੁੱਕੀਆਂ ਨੇ ਔਰ ਅੱਜ ਕੱਲ ਪੈਸੇ ਸਿਰਫ ਨੈਟ ਪੈਕ ਦੇ ਦੇਣੇ ਪੈਂਦੇ ਹੈ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ।